ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 819 ਅੰਗ ਤੇ ਰਾਗ ਬਿਲਾਵਲ ਹੈ। 74 ਸ਼ਬਦ ਰਾਗ ਬਿਲਾਵਲ ਦੇ ਪਿੱਛੇ ਗੁਰਦੇਵ ਦੀ ਕਿਰਪਾ ਨਾਲ ਸਤਿਗੁਰਾਂ ਦੇ ਤਰਸ ਨਾਲ ਆਪਾਂ ਵਿਚਾਰੇ ਨੇ। ਅਗਲੇਰਾ ਸ਼ਬਦ ਸਾਹਿਬ ਜੀ ਬਖਸ਼ਿਸ਼ ਕਰਕੇ ਉਚਾਰਨ ਕਰ ਰਹੇ ਨੇ। ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਗੁਰਪੂਰਾ ਆਰਾਧਿਆ ਹੋਏ ਕਿਰਪਾਲ। ਬਿਲਾਵਲ ਰਾਗ ਹੈ ਤੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਗੁਰਪੂਰਾ ਆਰਾਧਿਆ ਹੋਏ ਕਿਰਪਾਲ। ਪੂਰੇ ਗੁਰੂ ਦੀ ਆਰਾਧਨਾ ਕੀਤੇ ਆ। ਪੰਜਵੇਂ ਪਾਤਸ਼ਾਹ ਕਹਿੰਦੇ ਜਦੋਂ ਪੂਰਾ ਗੁਰੂ ਆਰਾਧਿਆ, ਪੂਰੇ ਗੁਰੂ ਦੀ ਆਰਾਧਨਾ ਕੀਤੀ ਤਾਂ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆਏ। ਹੋਏ ਕਿਰਪਾਲ, ਅਸੀਂ ਕਹਿੰਦੇ ਹਾਂ ਹੁਣੇ ਕਿਰਪਾ ਕਰ ਦੇਣ, ਆਰਾਧੋ। ਜਦੋਂ ਆਰਾਧਿਆ ਫਿਰ ਕਿਰਪਾਲ ਹੋਏ। ਜਦੋਂ ਧਿਆਇਆ, ਜਦੋਂ ਉਹਦਾ ਚਿੰਤਨ ਕੀਤਾ। ਕੋਈ ਆਖੇ ਕਿ ਉਹਦੀ ਆਰਾਧਨਾ ਵੀ ਤਾਂ ਉਹਦੀ ਕਿਰਪਾ ਬਿਨਾਂ ਨਹੀਂ ਹੋ ਸਕਦੀ, ਤਾਂ ਇਹ ਵੀ ਸੱਚ ਹੈ। ਫਿਰ ਕਿਰਪਾ ਦੀ ਯਾਚਨਾ ਕਰੀਏ, ਮਹਾਰਾਜ ਕਿਰਪਾ ਕਰੋ, ਦਇਆ ਕਰੋ, ਅਸੀਂ ਤੁਹਾਡੀ ਆਰਾਧਨਾ 'ਚ ਜੁੜ ਜਾਈਏ। ਉਹਦੀ ਦਇਆ ਨਾਲ ਜਦੋਂ ਉਹਨੂੰ ਆਰਾਧਾਂਗੇ ਤਾਂ ਉਸ ਨੂੰ ਆਰਾਧਦਿਆਂ ਫਿਰ ਉਹ ਦਇਆ ਕਰੇਗਾ, ਫਿਰ ਉਹ ਕਿਰਪਾ ਕਰੇਗਾ। ਜਿੱਥੇ ਜਿੱਥੇ ਵੀ ਮੇਰੇ ਸਾਹਿਬ ਨੂੰ ਕਿਸੇ ਆਰਾਧਿਆ, ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆ ਕੇ ਉੱਥੇ ਹੀ ਉਹਦੀ ਸਹਾਇਤਾ ਕੀਤੀ ਹੈ। ਸੰਸਾਰ ਦੇ ਕਿਸੇ ਕੋਨੇ 'ਚ, ਵਿਸ਼ਵ ਭਰ ਦੇ ਕਿਸੇ ਸਥਾਨ ਤੇ, ਜਿੱਥੇ ਵੀ ਕਿਸੇ ਆਰਾਧਿਆ, ਸਾਹਿਬ ਉੱਥੇ ਹੀ ਜਾ ਕੇ ਤਿਨਾਂ ਤੇ ਕਿਰਪਾ ਕੀਤੀ। ਚਾਹੇ ਸਿੰਗਲਾ ਦੀਪ ਦੇ ਟਾਪੂ ਤੇ ਬੈਠਿਆਂ ਰਾਜੇ ਸ਼ਿਵਨਾਭ ਨੇ ਆਰਾਧਿਆ ਤਾਂ ਸਾਹਿਬ ਉੱਥੇ ਕਿਰਪਾ ਦੇ ਘਰ ਵਿੱਚ ਆ ਕੇ ਦਇਆ ਕੀਤੀ। ਤੇ ਜੇ ਭੱਠ ਵਿੱਚ ਖਲੋਤਿਆਂ ਬਾਬਾ ਬਿਧੀ ਚੰਦ ਸਾਹਿਬ ਨੇ ਆਰਾਧਿਆ, ਧਿਆਇਆ, ਤਾਂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਉਸ ਤਪਦੇ ਬਲਦੇ ਭੱਠ ਵਿੱਚ ਆਪਣੇ ਸੇਵਕ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਤੋ ਕਹਿਣ ਤੋਂ ਭਾਵ ਜਿੱਥੇ ਵੀ ਗੁਰਸਿੱਖ ਸਾਹਿਬ ਦੀ ਆਰਾਧਨਾ ਕਰਦੇ ਨੇ, ਪੂਰੇ ਗੁਰੂ ਨੂੰ ਆਰਾਧਦੇ ਨੇ, ਸਤਿਗੁਰੂ ਜੀ ਤਿਨਾਂ ਤੇ ਕਿਰਪਾਲ ਹੁੰਦੇ ਹਨ। ਮਾਰਗ ਸੰਤ ਬਤਾਇਆ ਟੁੱਟੇ ਜਮ ਜਾਲ। ਸਾਨੂੰ ਭੁੱਲਿਆ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ, ਗੁੰਮਰਾਹ ਹੋਇਆਂ ਨੂੰ ਮਹਾਰਾਜ ਜੀ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਨੇ ਮਾਰਗ ਦਰਸ਼ਨ ਕਰਾ ਦਿੱਤਾ ਹੈ, ਰਾਹ ਵਿਖਾਲ ਦਿੱਤਾ ਵੀ ਇਸ ਰਾਹ ਤੇ ਟੁਰੋ ਭਾਈ। ਜਦੋਂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲੇ, ਰੱਬ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਨੇ ਜਦੋਂ ਰਾਹ ਦੱਸ ਦਿੱਤਾ, ਬਤਾ ਦਿੱਤਾ, ਤਾਂ ਉਸ ਰਾਹ ਤੇ ਟੁਰ ਕੇ ਟੂਟੇ ਜਮ ਜਾਲ, ਜਿਹੜੇ ਜੰਮਾਂ ਦੇ ਜਾਲ ਪਏ ਹੋਏ ਸੀ ਨਾ, ਫਾਈਆਂ ਪਈਆਂ ਹੋਈਆਂ ਸੀ, ਉਹ ਜਮ ਜਾਲ, ਉਹ ਫਾਈਆਂ ਟੁੱਟ ਗਈਆਂ। ਦੁੱਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ। ਦੁੱਖ ਚਲੇ ਗਏ, ਭੁੱਖਾਂ ਦੂਰ ਹੋ ਗਈਆਂ, ਸੰਸਾ ਮਿਟ ਗਿਆ ਜਦੋਂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਗਾਵਿਆ। ਗਾਵਤ ਪ੍ਰਭ ਨਾਮ, ਪਰਮੇਸ਼ਰ ਦੇ ਨਾਮ ਨੂੰ ਗਾ ਕੇ ਦੁੱਖ ਚਲੇ ਗਏ, ਭੁੱਖਾਂ ਦੂਰ ਹੋ ਗਈਆਂ, ਸੰਸੇ ਨਿਰਵਿਰਤ ਹੋ ਗਏ। ਸੁਖ ਸਹਿਜ ਸੁਖ ਆਨੰਦ ਰਸ ਪੂਰਨ
ਸਭ ਕਾਮ। ਕਹਿੰਦੇ ਹੁਣ ਸਰਬ ਪ੍ਰਕਾਰ ਨਾਲ ਮਨ 'ਚ ਸਹਿਜ ਆ ਗਿਆ ਹੈ, ਸੁਖ ਪ੍ਰਾਪਤ ਹੋ ਗਿਆ ਹੈ, ਹਿਰਦਾ ਆਨੰਦ ਨਾਲ ਭਰ ਗਿਆ ਹੈ, ਜਿਤਨੇ ਕੰਮ ਸੀ ਸਾਰੇ ਪੂਰਨ ਹੋ ਗਏ ਨੇ। ਪੂਰਨ ਭਏ ਕਾਮ, ਸਾਰੀਆਂ ਕਾਮਨਾਵਾਂ ਪੂਰਨ ਹੋ ਗਈਆਂ। ਰਹਾਉ ਜਲਨ ਬੁਝੀ ਸੀਤਲ ਭਏ, ਰਾਖੇ ਪ੍ਰਭ ਆਪ। ਤ੍ਰਿਸ਼ਨਾ ਦੀ ਅੱਗ ਬੁਝ ਗਈ, ਮਨ ਸ਼ੀਤਲ ਤੇ ਠੰਡਾ ਠਾਰ ਹੋ ਗਿਆ। ਜਲਨ ਬੁਝੀ ਸੀਤਲ ਭਏ, ਜਲਨ ਬੁਝ ਗਈ, ਮਨ ਸ਼ੀਤਲ ਹੋ ਗਿਆ। ਰਾਖੇ ਪ੍ਰਭ ਆਪ, ਪ੍ਰਭੂ ਜੀ ਨੇ ਆਪ ਕਿਰਪਾ ਕਰਕੇ ਸਾਨੂੰ ਰੱਖ ਲਿਆ, ਆਪ ਤਰਸ ਕਰਕੇ ਰਹਿਮਤ ਕਰਕੇ ਸਾਨੂੰ ਰੱਖ ਲਿਆ। ਨਾਨਕ ਪ੍ਰਭ ਸਰਣਾਗਤੀ, ਜਾ ਕਾ ਵੱਡ ਪ੍ਰਤਾਪ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਜਿਸ ਰੱਬ ਦਾ ਬੜਾ ਵੱਡਾ ਪ੍ਰਤਾਪ ਹੈ, ਮੈਂ ਉਹਦੀ ਸ਼ਰਨ ਵਿੱਚ ਹਾਂ। ਜਿਸ ਦਾ ਵੱਡਾ ਪ੍ਰਤਾਪ ਹੈ, ਮੈਂ ਉਸ ਪ੍ਰਭੂ ਦੀ ਸ਼ਰਨਗਤੀ, ਉਹਦੀ ਸ਼ਰਨ ਵਿੱਚ ਹਾਂ, ਉਹਦੀ ਪਨਾਹ ਵਿੱਚ ਹਾਂ। ਜਿਸ ਦਾ ਤੇਜ ਹੋਵੇ, ਜਿਸ ਦਾ ਪ੍ਰਤਾਪ ਹੋਵੇ, ਸ਼ਰਨ ਉਸੇ ਦੀ ਪਈਦਾ ਹੈ। ਜਿਸ ਦੇ ਚਰਨਾਂ ਵਿੱਚ ਸਭ ਕੁਝ ਝੁਕਦਾ ਹੈ, ਉਹਦੀ ਪਨਾਹ 'ਚ ਪੈਣਾ ਚਾਹੀਏ। ਇਸ ਕਰਕੇ ਕਹਿੰਦੇ, ਜਿਸ ਦਾ ਵੱਡਾ ਪ੍ਰਤਾਪ ਹੈ, ਮੈਂ ਉਹਦੀ ਸ਼ਰਨ ਵਿੱਚ ਹਾਂ। ਬਿਲਾਵਲ ਮਹੱਲਾ ਪੰਜਵਾ, ਧਰਤ ਸੁਹਾਵੀ ਸਫਲ ਥਾਨ, ਪੂਰਨ ਭਏ ਕਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੇਰਾ ਇਹ ਸਰੀਰ ਰੂਪੀ ਜਿਹੜੀ ਧਰਤੀ ਹੈ, ਇਹ ਸੁਹਾਵਣੀ ਹੋ ਗਈ ਹੈ। ਇਹ ਧਰਤੀ ਸਫਲ ਹੋ ਗਈ ਜਦੋਂ ਪਰਮੇਸ਼ਰ ਦਾ ਭਜਨ ਕੀਤਾ। ਧਰਤ ਸੁਹਾਵੀ ਸਫਲ ਥਾਨ, ਮੇਰੀਆਂ ਜਿਹੜੀਆਂ ਇੰਦਰੀਆਂ ਸਨ, ਸਾਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਵੀ ਪਰਮੇਸ਼ਰ ਦੇ ਭਜਨ ਦੁਆਰਾ ਸਫਲੀਆਂ ਹੋ ਗਈਆਂ। ਪੂਰਨ ਭਏ ਕਾਮ, ਔਰ ਮੇਰੇ ਜਿੰਨੇ ਕੰਮ ਸੀ ਪਰਮੇਸ਼ਰ ਦੀ ਬੰਦਗੀ ਕੀਤਿਆਂ, ਨਾਮ ਦੀ ਆਰਾਧਨਾ ਕੀਤਿਆਂ, ਉਹ ਸਾਰੇ ਕੰਮ ਵੀ ਪੂਰਨ ਹੋ ਗਏ। ਸਰੀਰ ਪਵਿੱਤਰ ਹੋ ਗਿਆ, ਇੰਦਰੀਆਂ ਪਾਵਨ ਤੇ ਪਵਿੱਤਰ ਹੋ ਗਈਆਂ, ਔਰ ਮਨ ਦੀਆਂ ਜਿਤਨੀਆਂ ਕਾਮਨਾਵਾਂ ਸਨ ਉਹ ਵੀ ਪੂਰਨ ਹੋ ਗਈਆਂ। ਜਿਸ ਕਾਰਨ ਕਰਕੇ ਹੁਣ ਕੋਈ ਕਾਮਨਾ ਹਿਰਦੇ ਵਿੱਚ ਨਹੀਂ ਰਹੀ। ਭਉ ਨਾਠਾ ਭ੍ਰਮ ਮਿਟ ਗਿਆ, ਰਵਿਆ ਨਿਤ ਰਾਮ। ਮੇਰੇ ਭਉ ਨੱਠ ਗਏ ਨੇ, ਡਰ ਦੂਰ ਹੋ ਗਏ ਨੇ, ਭ੍ਰਮ ਮਿਟ ਗਏ ਹਨ। ਰਵਿਆ ਨਿਤ ਰਾਮ, ਮੈਂ ਨਿਤ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਰਵਿਆ ਕਹੀਏ ਉਚਾਰਨ ਕੀਤਾ। ਨਿਤ ਉਸ ਦੇ ਅੰਮ੍ਰਿਤ ਨਾਮ ਨੂੰ ਰਵਦਾ ਹਾਂ, ਨਿਤ ਉਸ ਦੇ ਅੰਮ੍ਰਿਤ ਨਾਮ ਨੂੰ ਆਰਾਧਦਾ ਹਾਂ। ਸਾਧ ਜਨਾ ਕੈ ਸੰਗ ਬਸਤ, ਸੁਖ ਸਹਿਜ ਬਿਸਰਾਮ। ਸਾਧੂ ਜਨਾਂ ਦੀ ਸੰਗਤ ਕਰਦਿਆਂ, ਉਹਨਾਂ ਦੀ ਸੰਗਤ ਵਿੱਚ ਵਸਦਿਆਂ ਹਿਰਦੇ 'ਚ ਸੁਖ ਹੈ, ਮਨ 'ਚ ਟਿਕਾ ਹੈ, ਔਰ ਉਸੇ ਟਿਕਾ ਵਿੱਚ ਵਿਸਰਾਮ ਕਹੀਏ ਸਥਿਤੀ ਹੈ। ਸਾਧੂ ਜਨਾਂ ਦੀ ਸੰਗਤ ਵਿੱਚ ਵਸਦਿਆਂ ਸੁਖ ਪ੍ਰਾਪਤ ਹੋਇਆ, ਸਹਿਜ ਪ੍ਰਾਪਤ ਹੋਇਆ, ਔਰ ਉਸ ਸੁਖ ਤੇ ਸਹਿਜ ਵਿੱਚ ਟਿਕਾਣਾ ਮਿਲ ਗਿਆ ਹੈ। ਸਾਈ ਘੜੀ ਸੁਲੱਖਣੀ, ਸਿਮਰਤ ਹਰ ਨਾਮ। ਕਈ ਕਹਿੰਦੇ ਜੀ, ਅਸੀਂ ਫਲਾਣੇ ਜੋਤਕੀ ਕੋਲੋਂ ਪੁੱਛਿਆ ਵੀ ਅੱਜ ਦਾ ਆਹ ਦਿਨ ਇੰਨੇ ਵੱਜ ਕੇ ਇੰਨੇ ਮਿੰਟਾਂ ਤਾਈਂ ਬੜਾ ਸ਼ੁੱਧ ਹੈ, ਬੜਾ ਸੁਲੱਖਣ ਹੈ। ਅੱਜ ਅਸੀਂ ਆਪਣੇ ਧੀ ਪੁੱਤ ਦੇ ਵਿਆਹ ਵਾਸਤੇ ਸਾਹਾ ਸੁਧਾ ਕੇ, ਗਣਾ ਕੇ, ਪੂਰੀਆਂ ਤਿੱਥਾਂ ਵਾਰਾਂ ਨੂੰ, ਮਹੂਰਤ ਨੂੰ ਸੁਧਾ ਕੇ ਵੇਖਿਆ ਵੀ ਆਹ ਸਮਾਂ ਪਵਿੱਤਰ ਹੈ। ਕੋਈ ਕਹਿੰਦਾ ਸੋਮਵਾਰ ਪਵਿੱਤਰ ਹੈ, ਕੋਈ ਕਹਿੰਦਾ ਮੰਗਲਵਾਰ ਹਨੂਮਾਨ ਜੀ ਦਾ ਦਿਨ ਹੈ, ਪਵਿੱਤਰ ਹੈ।
ਕੋਈ ਕਹਿੰਦਾ ਬੁੱਧ ਜਿਹੜਾ ਹੈ, ਬੁੱਧ ਕੰਮ ਸੁੱਧ, ਕਹਾਵਤਾਂ ਬਣਾਈਆਂ ਲੋਕਾਂ ਨੇ ਵੀ ਇਹ ਬੜਾ ਪਵਿੱਤਰ ਹੈ। ਮੇਰੇ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਹੈ, ਉਹ ਘੜੀ ਸੁਲੱਖਣੀ ਹੈ, ਉਹ ਸਮਾਂ ਸੁਲੱਖਣਾ ਹੈ, ਉਹ ਸਮਾਂ ਪਵਿੱਤਰ ਹੈ ਜਿਹੜੇ ਸਮੇਂ ਵਿੱਚ ਆਪਣੇ ਸਾਹਿਬ ਦਾ ਸਿਮਰਨ ਕਰੀਏ। ਵਾਹਿਗੁਰੂ। ਉਹ ਘੜੀ ਸੁਲੱਖਣੀ, ਉਹ ਮਹੂਰਤ ਭਲਾ, ਉਹ ਘੜੀ ਭਲੀ, ਉਹ ਦਿਨ ਭਲਾ, ਉਹ ਵਾਰ ਭਲਾ ਜਦੋਂ ਆਪਣੇ ਸਾਹਿਬ ਦਾ ਸਿਮਰਨ ਕਰੀਏ। ਤੇ ਸਮਝ ਲਓ ਇਹਦੇ ਤੋਂ ਉਲਟ ਉਹ ਸਮਾਂ ਮਾੜਾ, ਉਹ ਸਮਾਂ ਅਸ਼ੁਭ, ਉਹ ਘੜੀ, ਉਹ ਵਾਰ ਬਦਸ਼ਗਨਾ ਜਿਸ ਦਿਨ ਆਪਣੇ ਸਾਹਿਬ ਦੇ ਸਿਮਰਨ ਵਿੱਚ ਨਾ ਜੁੜੀਏ। ਬਸ ਇਹ ਸਮਝ ਲਓ। ਪਾਤਸ਼ਾਹ ਇੱਥੇ ਕਹਿੰਦੇ ਉਹ ਘੜੀ ਸੁਲੱਖਣੀ ਹੈ, ਸਾਈ ਘੜੀ ਸੁਲੱਖਣੀ, ਸੁਭ ਲੱਖਣਾਂ ਵਾਲੀ ਘੜੀ। ਕਿਹੜੀ ਘੜੀ ਜੀ? ਸਿਮਰਤ ਹਰ ਨਾਮ। ਜਿਸ ਘੜੀ ਵਿੱਚ ਹਰੀ ਦਾ ਸਿਮਰਨ ਕਰੀਏ, ਜਿਸ ਘੜੀ 'ਚ ਜਪੀਏ ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਉਹ ਘੜੀ ਸੁਲੱਖਣੀ ਹੈ, ਉਹ ਘੜੀ ਭਾਗਾਂ ਭਰੀ ਹੈ ਜਿਸ ਘੜੀ ਵਿੱਚ ਆਪਣੇ ਸਾਹਿਬ ਦਾ, ਆਪਣੇ ਮਾਲਕ ਦਾ ਸਿਮਰਨ ਕਰੀਏ। ਰਹਾਉ ਪ੍ਰਗਟ ਭਏ ਸੰਸਾਰ ਮਹਿ, ਫਿਰਤੇ ਪਹਿਨਾਮ। ਫਾਰਸੀ ਦਾ ਸ਼ਬਦ ਹੈ ਪਹਿਨਾਮ। ਪਹਿਨਾਮ ਦਾ ਮਤਲਬ ਹੁੰਦਾ ਲੁਕਿਆ ਹੋਇਆ, ਛਿਪਿਆ ਹੋਇਆ, ਪਰਦੇ ਵਿੱਚ। ਪਹਿਨਾਮ ਜਿਹੜਾ ਪਰਦੇ ਵਿੱਚ ਹੋਵੇ, ਜਿਹੜਾ ਲੁਕਿਆ ਹੋਵੇ, ਛਿਪਿਆ ਹੋਵੇ, ਫਾਰਸੀ ਚ ਉਹਨੂੰ ਕਹਿ ਦਿੰਦੇ ਨੇ ਪਹਿਨਾਮ। ਪੰਜਵੇਂ ਪਾਤਸ਼ਾਹ ਫਾਰਸੀ ਦਾ ਲਫ਼ਜ਼ ਵਰਤ ਰਹੇ ਨੇ, ਪਹਿਨਾਮ। ਕਹਿੰਦੇ ਜਿਹੜੇ ਲੁਕੇ ਹੋਏ ਫਿਰਦੇ ਸੀ, ਪਤਾ ਹੀ ਨਹੀਂ ਸੀ ਜਿਨ੍ਹਾਂ ਦਾ, ਜਦੋਂ ਉਹਨਾਂ ਨੇ ਪਰਮੇਸ਼ਰ ਦਾ ਭਜਨ ਕੀਤਾ, ਜਿਹੜੇ ਲੁਕੇ ਹੋਏ ਫਿਰਦੇ ਸੀ, ਪਤਾ ਹੀ ਨਹੀਂ ਸੀ ਜਿਨ੍ਹਾਂ ਦਾ, ਕਹਿੰਦੇ ਪ੍ਰਗਟ ਭਏ ਸੰਸਾਰ ਮਹਿ, ਉਹ ਸਾਰੇ ਸੰਸਾਰ ਵਿੱਚ ਜ਼ਾਹਰ ਹੋ ਗਏ, ਪ੍ਰਗਟ ਹੋ ਗਏ। ਆਖੋ ਸਤਿਨਾਮ ਸੇ ਸ਼੍ਰੀ ਵਾਹਿਗੁਰੂ। ਇਹ ਨਾਮ ਦਾ ਪ੍ਰਤਾਪ ਹੈ, ਇਹ ਨਾਮ ਦੀ ਬਰਕਤ ਹੈ ਵੀ ਜਿਹੜੇ ਲੁਕੇ ਹੋਏ ਫਿਰਦੇ ਸੀ ਸੰਸਾਰ ਦੇ ਵਿੱਚ, ਛੁਪੇ ਹੋਏ ਫਿਰਦੇ ਸੀ, ਪਤਾ ਹੀ ਨਹੀਂ ਸੀ ਜਿਨ੍ਹਾਂ ਦਾ। ਕਿਹਨੂੰ ਪਤਾ ਸੀ ਰਵਿਦਾਸ ਜੀ ਇੱਕ ਛੋਟੀ ਜੀ ਗਲੀ ਵਿੱਚ ਜਨਮ ਲੈ ਰਹੇ ਨੇ, ਕਬੀਰ ਜੀ ਇੱਕ ਜੁਲਾਹਿਆਂ ਦੇ ਘਰ ਵਿੱਚ ਪਲ ਰਹੇ ਨੇ, ਕੌਣ ਜਾਣਦਾ ਸੀ ਉਸ ਵੇਲੇ ਉਹਨਾਂ ਨੂੰ। ਨਿਰੰਕਾਰ ਦਾ ਨਾਮ ਕੈਸਾ ਬਰਕਤਾਂ ਵਾਲਾ ਹੈ, ਜਦੋਂ ਜਪਿਆ ਤਾਂ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛਿਪਰੋ, ਹੋਇਓ ਲਾਖੀਣਾ। ਉਹ ਪ੍ਰਗਟ ਹੋ ਗਏ ਸੰਸਾਰ, ਪ੍ਰਗਟ ਭਏ ਸਭ ਲੋਭ ਮੈਂ, ਸਾਰੇ ਸੰਸਾਰ ਦੇ ਵਿੱਚ ਉਹ ਪ੍ਰਗਟ ਹੋ ਗਏ, ਉਹਨਾਂ ਦਾ ਪ੍ਰਤਾਪ ਜਾਗਰ ਹੋ ਗਿਆ। ਇਹ ਨਾਮ ਦੀ ਬਰਕਤ ਹੈ, ਇਹ ਨਾਮ ਦਾ ਪ੍ਰਤਾਪ ਹੈ। ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈ
ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿਨਾਮ। ਜਿਹੜੇ ਲੁਕੇ ਹੋਏ ਫਿਰਦੇ ਸੀ ਉਹ ਇਸ ਸੰਸਾਰ 'ਚ ਪ੍ਰਗਟ ਹੋ ਗਏ, ਇਸ ਸੰਸਾਰ ਵਿੱਚ ਜ਼ਾਹਰ ਹੋ ਗਏ। ਕੌਣ ਜਾਣਦਾ ਸੀ ਇਹ ਪ੍ਰੇਮਾ ਕੋੜੀ ਹੈ, ਰੁਲਦਾ ਫਿਰਦਾ ਰਿੜਦਾ, ਸਰੀਰ ਚੋਂ ਪੂੰ ਵਗਦੀ, ਰੇਸ਼ਾ ਵਗਦਾ, ਮੱਖੀਆਂ ਭਿਣ ਭਿਣ ਕਰਦੀਆਂ। ਮੇਰੇ ਸਾਹਿਬ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੇ ਦਰਾਂ ਮੂਹਰੇ ਡਿਉੜੀ ਦੇ ਬਾਹਰਲੇ ਪਾਸੇ ਆ ਕੇ ਬੈਠਾ ਤੇ ਪੁਕਾਰ ਕਰਦਾ, ਮੇਰਾ ਗਿਆ ਕਛੋਟਾ ਲੱਧਾ, ਮੇਰਾ ਗਿਆ ਕਛੋਟਾ ਲੱਧਾ। ਜਿਉਂ ਗਾਉਂਦਾ ਜਿਉਂ ਗਾਉਂਦਾ, ਗਾਉਂਦਾ ਗਾਉਂਦਾ ਬੇਹੋਸ਼ ਹੋ ਕੇ ਬੇਸੁੱਧ ਹੋ ਕੇ ਡਿੱਗ ਪੈਂਦਾ। ਹੋਸ਼ ਆਉਂਦੀ ਹੈ ਫਿਰ ਕਹਿੰਦਾ, ਮੇਰਾ ਗਿਆ ਕਛੋਟਾ ਲੱਧਾ। ਗੁਰਸਿੱਖਾਂ ਵੇਖਿਆ ਕੋੜੀ ਹੈ, ਸਰੀਰ ਦੇ ਹਾਲਾਤ ਠੀਕ ਨਹੀਂ, ਗੁਰੂ ਦਰਬਾਰ 'ਚ ਨਹੀਂ ਜਾ ਸਕਦਾ। ਦੋ ਪ੍ਰਸ਼ਾਦੇ ਬਾਹਰ ਇਹਨੂੰ ਦੇ ਜਾਂਦੇ ਆ, ਇਹ ਛਕ ਲੈਂਦਾ, ਛਕ ਕੇ ਫੇਰ ਕਹਿੰਦਾ, ਮੇਰਾ ਗਿਆ ਕਛੋਟਾ ਲੱਧਾ। 2 ਦਿਨ 4 ਦਿਨ 10 ਦਿਨ ਬੀਤ ਗਏ। ਅਖੀਰ ਸਿੱਖਾਂ ਨੇ ਸਿਫਾਰਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਹਾਰਾਜ ਬਾਹਰ ਏਦਾਂ ਕੋਈ ਕੋੜੀ ਹੈ, ਨਾਮ ਉਹਦਾ ਪ੍ਰੇਮਾ ਹੈ, ਬੜਾ ਵਿਆਕੁਲ ਹੈ, ਦੁਖੀ ਹੈ, ਖਬਰੇ ਕੀ ਪੜਦਾ ਸਮਝ ਨਹੀਂ ਆਉਂਦੀ। ਇਹ ਕਹਿੰਦਾ, ਮੇਰਾ ਗਿਆ ਕਛੋਟਾ ਲੱਧਾ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ, ਤੁਹਾਨੂੰ ਨਹੀਂ ਆਉਂਦੀ ਸਮਝ ਉਹਦੀ, ਉਹ ਕੀ ਕਹਿੰਦਾ, ਸਾਨੂੰ ਸਮਝ ਪੈਂਦੀ ਹੈ। ਅਸੀਂ ਜਾਣਦੇ ਆ ਉਹ ਕੀ ਕਹਿੰਦਾ, ਉਹ ਕੀ ਆਖਦਾ। ਮਹਾਰਾਜ ਕੀ ਕਹਿੰਦਾ? ਉਹ ਕਹਿੰਦਾ, ਮੇਰਾ ਸਰੀਰ ਰੂਪੀ ਕਛੋਟਾ ਚਲਾ ਗਿਆ ਕੋੜ ਨਾਲ, ਮੈਨੂੰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਮੁੜ ਕੇ ਲੱਭ ਗਿਆ। ਉਹ ਇਹ ਕਹਿੰਦਾ। ਮਹਾਰਾਜ ਜੀ ਕਹਿੰਦੇ, ਜਾਓ ਬਈ ਲਿਆਓ ਉਹਨੂੰ। ਬੌਲੀ ਸਾਹਿਬ ਦੇ ਨਿਰਮਲ ਜਲ 'ਚ ਇਸ਼ਨਾਨ ਕਰਾ ਕੇ, ਕੱਪੜੇ ਵਿੱਚ ਚਾਦਰ 'ਚ ਲੁਕੋ ਕੇ ਕੱਜ ਕੇ ਸਾਡੇ ਕੋਲ ਲਿਆਓ। ਜਦੋਂ ਗਏ ਸਿੱਖਾਂ ਇਸ਼ਨਾਨ ਕਰਾਇਆ, ਚਾਦਰ ਦੇ ਨਾਲ ਲਪੇਟਿਆ, ਸਾਹਿਬ ਦੇ ਚਰਨਾਂ 'ਚ ਹਾਜ਼ਰ ਕੀਤਾ। ਚਾਦਰਾ ਗੁਰਦੇਵ ਨੇ ਆਪ ਉਹਦੇ ਚਿਹਰੇ ਤੋਂ ਪਾਸੇ ਕੀਤਾ, ਦਇਆ ਦ੍ਰਿਸ਼ਟੀ ਨਾਲ ਵੇਖਿਆ, ਮਾਨੋ ਜਿਵੇਂ ਸਰੀਰ ਤੇ ਕਦੇ ਕੋੜ ਪਿਆ ਹੀ ਨਹੀਂ ਸੀ, ਸਰੀਰ ਨਰੋਆ। ਤੇ ਮੇਰੇ ਸਾਹਿਬ ਵੇਖ ਕੇ ਕਹਿੰਦੇ, ਇਹ ਤਾਂ ਮੁਰਾਰੀ ਹੈ ਬਈ। ਮੁਰਾਰੀ ਭਗਵਾਨ ਕ੍ਰਿਸ਼ਨ ਨੂੰ ਕਹਿੰਦੇ ਆ ਵੀ ਬੜਾ ਸੋਹਣਾ ਸੀ ਉਹ। ਮਹਾਰਾਜ ਜੀ ਕਹਿੰਦੇ, ਤਾਂ ਬੜਾ ਸੋਹਣਾ ਮੁਰਾਰੀ ਆਏ ਤਾਂ, ਜਿਹਨੂੰ ਕੋਈ ਨਹੀਂ ਸੀ ਜਾਣਦਾ, ਉਹਦੇ ਤੇ ਤਰਸ ਕਰਕੇ 22 ਮੰਜੀਆਂ ਚੋਂ ਪ੍ਰਚਾਰਕਾਂ ਦੀ ਇੱਕ ਮੰਜੀ ਮੇਰੇ ਗੁਰਦੇਵ ਨੇ ਭਾਈ ਮੁਰਾਰੀ ਨੂੰ ਨਾਂ ਬਦਲ ਕੇ ਰੱਖ ਦਿੱਤਾ, ਮੁਰਾਰੀ ਪ੍ਰੇਮੇ ਤੋਂ। ਉਹਨੂੰ ਬਖਸ਼ ਕੇ ਸੰਸਾਰ ਵਿੱਚ ਜ਼ਾਹਰ ਕਰ ਦਿੱਤਾ। ਇਹ ਮੇਰੇ ਸਾਹਿਬ ਦਾ ਪ੍ਰਤਾਪ ਹੈ। ਰੁਲਦਿਆਂ ਫਿਰਦਿਆਂ ਦੇ ਉੱਤੇ ਹੱਥ ਧਰ ਕੇ ਸਿਰ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸਿਰਮੌਰ ਕਰ ਦਿੰਦੇ ਆ, ਸ਼੍ਰੋਮਣੀ ਕਰ ਦਿੰਦੇ ਆ, ਵੱਡਾ ਕਰ ਦਿੰਦੇ ਆ। ਇਹ ਮੇਰੇ ਸਾਹਿਬ ਦਾ ਪ੍ਰਤਾਪ ਹੈ। ਨਾਨਕ ਤਿਸ ਸਰਣਾਗਤੀ, ਘਟ ਘਟ ਸਭ ਜਾਨ। ਜਿਹੜਾ ਘਟ ਘਟ ਦੀ ਜਾਣਨ ਵਾਲਾ ਜਾਣਨਹਾਰ ਹੈ। ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਜਿਹੜਾ ਘਟ ਘਟ ਦੀ ਜਾਣਨੇ ਵਾਲਾ ਹੈ, ਘਟ ਘਟ ਦੇ ਹਿਰਦੇ ਨੂੰ ਬੁੱਝਣ ਵਾਲਾ ਹੈ, ਕਿਸ ਦੇ ਦਿਲ 'ਚ ਕੀ ਚੱਲ ਰਿਹਾ ਇਹ ਜਾਣਦਾ। ਇੱਕ ਕੀੜੀ ਦੇ ਹਿਰਦੇ 'ਚ ਕੀ ਆ ਉਹ ਵੀ ਜਾਣਦਾ।
ਇੱਕ ਹਾਥੀ ਦੇ ਹਿਰਦੇ 'ਚ ਕੀ ਹੈ ਉਹ ਵੀ ਜਾਣਦਾ ਹੈ। ਸੰਸਾਰ ਦੇ ਸਮਸਤ ਜੀਆਂ ਦੇ ਦਿਲਾਂ ਦੀ ਜਾਣਨੇ ਵਾਲਾ ਉਹ ਹਰੀ, ਉਹ ਵਾਹਿਗੁਰੂ। ਕਹਿੰਦੇ ਮੈਂ ਉਹਦੀ ਸ਼ਰਨ ਵਿੱਚ ਹਾਂ। ਨਾਨਕ ਤਿਸ ਸਰਨਾਗਤੀ, ਮੈਂ ਉਹਦੀ ਪਨਾਹ ਵਿੱਚ ਹਾਂ, ਮੈਂ ਉਸ ਦੀ ਸ਼ਰਨ ਵਿੱਚ ਹਾਂ। ਹੇ ਵਾਹਿਗੁਰੂ, ਮੈਨੂੰ ਆਪਣੀ ਸ਼ਰਨ ਆਏ ਨੂੰ ਰੱਖ ਲਓ, ਰੱਖ ਲਓ, ਤੁਹਾਡੀ ਪਨਾਹ ਵਿੱਚ ਹਾਂ। ਇਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਅੰਮ੍ਰਿਤ ਬਚਨ ਹਨ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਮੱਘਰ ਸੁਦੀ ਪੰਚਮੀ ਦਾ ਦਿਨ ਜੋ ਮਹੀਨਾਵਾਰੀ ਸਮਾਗਮ ਵੀ ਪਾਤਸ਼ਾਹ ਦੇ ਸਥਾਨ ਤੇ ਪੰਚਮੀ ਦਾ ਜੋੜ ਮੇਲ ਹੁੰਦਾ ਹੈ। ਇਸ ਵਾਰ ਜਿਹੜੀ ਪੰਚਮੀ ਹੈ 8 ਦਸੰਬਰ ਨੂੰ ਆ ਰਹੀ ਹੈ। ਇਹ ਪੰਚਮੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਾ ਦਿਨ ਹੈ, ਜਿਸ ਦਿਨ ਸਤਿਗੁਰਾਂ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਸੀਸ ਦਾ ਦਾਨ ਦੇ ਕੇ ਤਿਲਕ ਤੇ ਜੰਜੂ ਦੀ ਰੱਖਿਆ ਕੀਤੀ, ਡਿੱਗਦੇ ਹੋਏ ਧਰਮ ਨੂੰ ਬਚਾਇਆ। ਧਰਮ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 8 ਦਸੰਬਰ ਨੂੰ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ 7 ਤਰੀਕ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਸਵੇਰੇ 10 ਵਜੇ ਸਤਿਗੁਰਾਂ ਦੀ ਸ਼ਹੀਦੀ ਨੂੰ ਚੇਤੇ ਕਰਦਿਆਂ ਇੱਕ ਨਗਰ ਕੀਰਤਨ ਪ੍ਰਾਰੰਭ ਹੋਵੇਗਾ। ਨਗਰ ਕੀਰਤਨ 10 ਵਜੇ ਪ੍ਰਾਰੰਭ ਹੋ ਕੇ ਸ਼ਹਿਰ ਦੇ ਬਾਜ਼ਾਰਾਂ 'ਚੋਂ ਹੁੰਦਿਆਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਾਮ ਨੂੰ ਸਮਾਪਤੀ ਹੋਵੇਗੀ। ਔਰ ਸਮਾਪਤੀ ਤੋਂ ਬਾਅਦ ਨਗਰ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਬਾਹਰ ਦੀਵਾਨ ਹਾਲ ਵਿੱਚ ਕਵੀ ਦਰਬਾਰ ਸਜਣਗੇ। ਪੰਥ ਦੇ ਪ੍ਰਸਿੱਧ ਕਵੀ 9ਵੇਂ ਪਾਤਸ਼ਾਹ ਜੀ ਦੀਆਂ ਸਿਫਤਾਂ ਗਾਇਨ ਕਰਨਗੇ। ਰਾਤ ਸਾਹਿਬ ਦੇ ਜਸ ਨੂੰ ਗਾਇਨ ਕੀਤਾ ਜਾਏਗਾ। ਔਰ 8 ਤਰੀਕ ਨੂੰ ਸੁਬਾਹ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਮਹਾਰਾਜ ਜੀ ਦੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰਨਗੇ। ਉਪਰੰਤ 8 ਤਰੀਕ ਨੂੰ ਸਾਰਾ ਦਿਨ ਦੀਵਾਨ ਸਜਣਗੇ ਔਰ ਰਾਤ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 11 ਵਜੇ ਤੱਕ ਮਹਾਨ ਕੀਰਤਨ ਦਰਬਾਰ ਹੋ ਰਹੇ ਨੇ, ਜਿਸ ਕੀਰਤਨ ਦਰਬਾਰ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਤੋਂ ਇਲਾਵਾ ਪੰਥ ਪ੍ਰਸਿੱਧ ਵਿਦਵਾਨ ਔਰ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਉਚੇਚੇ ਤੌਰ ਤੇ ਹਾਜ਼ਰੀਆਂ ਭਰ ਰਹੇ ਨੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, 2 ਦਿਨਾਂ ਦੇ ਨਾਲ ਸਮਾਗਮਾਂ ਵਿੱਚ ਨਗਰ ਕੀਰਤਨ ਵਿੱਚ ਔਰ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਪਰਿਵਾਰਾਂ ਸਮੇਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਸੱਚੀ ਸ਼ਰਧਾ ਸਤਿਕਾਰ ਭੇਟ ਕਰੀਏ। 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਚੇਤੇ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਨਤਮਸਤਕ ਹੋਈਏ। ਇਹ ਬੇਨਤੀਆਂ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।